ਠੇਠ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਕੁਲਦੀਪ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਠੇਠ ਚਰਚਾ ਦੇ ਵਿੱਚ ਅੱਜ ਗੱਲ ਕਰਨ ਜਾ ਰਹੇ ਹਾਂ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ। ਇਹ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਲਗਾਤਾਰ ਸਰਕਾਰ ਦੀ ਬੇਰੁਖੀ ਦਾ ਜਿਹੜਾ ਉਹ ਸ਼ਿਕਾਰ ਹੁੰਦੇ ਆ ਰਹੇ ਆ। ਜਿਨ੍ਹਾਂ ਨੇ ਬੱਚਿਆਂ ਦਾ ਭਵਿੱਖ ਤਲਾਸ਼ਣਾ ਸੀ, ਉਹ ਆਪਣਾ ਭਵਿੱਖ ਬਣਾਉਣ ਦੇ ਲਈ ਥਾਂ ਥਾਂ ਤੇ ਜਿਹੜਾ ਸੰਘਰਸ਼ ਕਰ ਰਹੇ ਆ। ਅੱਜ ਸਾਡੇ ਨਾਲ ਪ੍ਰਵਿੰਦਰ ਸਿੰਘ ਲਾਹੌਰੀਆ ਜੀ, ਜਿਹੜਾ ਬਲਾਕ ਪ੍ਰਧਾਨ ਜਲਾਲਾਬਾਦ ਤੋਂ ਸਾਡੇ ਨਾਲ ਮੌਜੂਦ ਆ, ਕਰਦੇ ਉਹਨਾਂ ਨਾਲ ਗੱਲਬਾਤ। ਲਾਹੌਰੀਆ ਸਾਹਿਬ, ਠੇਠ ਪੰਜਾਬੀ ਟੀਵੀ 'ਚ ਤੁਹਾਡਾ ਸਵਾਗਤ ਹੈ। ਧੰਨਵਾਦ। ਤੁਸੀਂ ਕਿੰਨੀ ਦੇਰ ਤੋਂ ਜਿਹੜਾ ਉਹ ਸੰਘਰਸ਼ ਦੇ ਰਾਹ ਤੇ ਪਏ ਹੋ? ਦੇਖੋ ਜੀ, ਸੰਘਰਸ਼ ਦੇ ਰਾਹ ਤੇ ਜਦੋਂ ਦੀ ਕੈਪਟਨ ਸਰਕਾਰ ਬਣੀ ਸੀ 2017 ਦੇ ਵਿੱਚ, ਸ਼ੁਰੂ ਦੇ ਦੌਰਾਨ ਹੀ ਅਸੀਂ ਸੰਘਰਸ਼ ਦੇ ਰਾਹ ਤੇ ਤੁਰੇ ਹੋਏ ਸੀ। ਕਿਉਂਕਿ ਕੁਝ ਸਮਾਂ ਪਹਿਲਾਂ ਬਾਦਲ ਸਰਕਾਰ ਸੀਗੀ, ਪਰ ਉਸ ਟਾਈਮ 2 ਕੁ ਮਹੀਨੇ ਸਾਡੇ ਜਿਹੜੀਆਂ ਸਾਰੀਆਂ ਕੰਡੀਸ਼ਨਾਂ ਕਲੀਅਰ ਕਰਨ ਦੇ ਬਾਵਜੂਦ 2 ਕੁ ਮਹੀਨੇ ਉਹ ਸਰਕਾਰ ਰਹੀ ਸੀ। ਪਰ ਅਸੀਂ ਉਸ ਟਾਈਮ ਆਪਣਾ ਜਿਹੜਾ ਸੰਘਰਸ਼ ਕਰਨਾ ਵਾਜਬ ਨਹੀਂ ਸਮਝਿਆ, ਕਿਉਂਕਿ ਸਾਨੂੰ ਉਮੀਦਾਂ ਸੀ ਆਉਣ ਵਾਲੀ ਸਰਕਾਰ ਤੇ ਅਸੀਂ ਕੈਪਟਨ ਸਰਕਾਰ ਦੇ ਸ਼ੁਰੂ ਤੋਂ ਹੀ ਅਸੀਂ ਮਤਲਬ ਸੰਘਰਸ਼ ਦੇ ਰਾਹ ਤੇ ਤੁਰੇ ਹੋਏ ਸੀ ਤੇ ਲਗਾਤਾਰ ਅਸੀਂ ਸਟੈਪ ਵਾਈਜ਼ ਸੰਘਰਸ਼ ਕਰਦੇ ਆ ਰਹੇ। ਤਾਂ ਪਰ ਹਰ ਵਾਰ ਸਾਨੂੰ ਜਿਹੜੀ ਉਹ ਨਿਰਾਸ਼ਾ ਹੀ ਮਿਲਦੀ ਰਹੀ। ਸਰਕਾਰ ਨੇ 15,000 ਜਿਹੜੀਆਂ ਪ੍ਰਾਇਮਰੀ ਟੀਚਰਾਂ ਦੀਆਂ ਪੋਸਟਾਂ ਵੀ ਕੱਢੀਆਂ ਸੀ, ਕਿ ਉਹਨਾਂ ਦੇ ਵਿੱਚ ਤੁਹਾਡਾ ਕੋਈ ਮੁਲਾਜ਼ਮ ਦੀ ਕੋਈ ਲੱਗਿਆ, ਕੋਈ ਆਇਆ ਨੰਬਰ ਤੁਹਾਡਾ? ਦੇਖੋ ਜੀ, ਸਰਕਾਰ ਨੇ ਖਾਨਾ ਪੂਰਤੀ ਕੀਤੀ, 15,000 ਟੀਚਰ ਦੀ ਜਿਹੜੀ ਭਰਤੀ ਕੱਢੀ। 2364 ਨੇ ਇੱਕ ਭਰਤੀ ਕੱਢਤੀ 2018 ਦੇ ਵਿੱਚ ਜਾ ਕੇ, ਕਰੋਨਾ ਕਾਲ ਦੇ ਦੌਰਾਨ। ਉਹ ਵੀ ਅਸੀਂ ਟੈਂਕੀਆਂ ਤੇ ਬੈਠ ਕੇ 7 ਮਹੀਨੇ ਸਾਡੇ ਸਾਥੀ ਨੇ ਸੰਤਾਪ ਹੰਢਾਇਆ। ਪਟਿਆਲੇ ਅਸੀਂ ਡਾਂਗਾ ਖਾਂਦੇ ਰਹੇ, ਬਹੁਤ ਵਾਰ ਸਾਡੇ ਤੇ ਲਾਠੀਆਂ ਦਾ ਜਿਹੜਾ ਮੀਂਹ ਵਰਾਇਆ ਗਿਆ ਲਗਭਗ 5 ਸਾਲਾਂ ਦੇ ਵਿੱਚ। ਔਰ 2364 ਜਿਹੜੀ ਭਰਤੀ ਹੈ ਕੈਪਟਨ ਸਰਕਾਰ ਨੇ ਇੱਕ ਕੱਢੀ। ਉਸ ਤੋਂ ਬਾਅਦ 6635 ਜਿਹੜੀ ਭਰਤੀ ਇੱਕ ਕੱਢੀ, ਔਰ 5994 ਜਿਹੜੀ ਭਰਤੀ ਉਹਦਾ ਹਜੇ ਪ੍ਰੋਸੈਸ ਜਿਹੜਾ ਹਜੇ ਸ਼ੁਰੂ ਹੋਣਾ ਹੈ। ਲਗਭਗ 15,000 ਦੇ ਕਰੀਬ ਜਿਹੜੀਆਂ ਭਰਤੀਆਂ ਸਰਕਾਰ ਨੇ ਕੱਢਤੀਆਂ। ਪਰ ਜੇ ਰੁਜ਼ਗਾਰ ਦੀ ਗੱਲ ਕਰੀਏ ਤਾਂ ਕਿਸੇ ਵੀ ਈਟੀਟੀ ਟੀਚਰ ਨੂੰ ਕਾਂਗਰਸ ਸਰਕਾਰ ਨੇ, ਨਾ ਹੀ ਚੰਨੀ ਨੇ ਔਰ ਨਾ ਹੀ ਕੈਪਟਨ ਸਾਹਿਬ ਨੇ, ਇੱਕ ਵੀ ਈਟੀਟੀ ਵਾਲੇ ਨੂੰ ਰੁਜ਼ਗਾਰ ਜਿਹੜਾ ਉਹ ਨਹੀਂ ਦਿੱਤਾ। ਕਿਉਂਕਿ 2364 ਜਿਹੜੀ ਭਰਤੀ ਇਹਨਾਂ ਕੱਢਤੀ, ਉਹਦੇ ਵਿੱਚ ਐਡਵਰਟਾਈਜ਼ਮੈਂਟ ਦੇ ਵਿੱਚ ਕੁਛ ਨਾ ਕੁਛ ਕਮੀਆਂ ਰਹਿ ਗਈਆਂ, ਜਿਹੜੀ ਉਹ ਭਰਤੀ ਕੋਰਟ ਦੇ ਵਿੱਚ ਜਾ ਕੇ ਸਟਕ ਡਾਊਨ ਹੋ ਗਈ। ਔਰ ਉਸ ਤੋਂ ਬਾਅਦ 6635 ਆਈ, ਜਿੱਥੇ ਸਾਨੂੰ ਲੱਗਿਆ ਕਿ ਕੁਛ ਕਮੀਆਂ ਹੈਗੀਆਂ, ਉਹ ਅਸੀਂ ਸਰਕਾਰ ਦੇ ਨਾਲ ਲੜ ਕੇ ਉਹ ਕਮੀਆਂ ਨੂੰ ਸਹੀ ਕਰਵਾਇਆ। ਪਰ ਕਿਤੇ ਨਾ ਕਿਤੇ ਜਾ ਕੇ ਫਿਰ ਉਹਨਾਂ ਦੇ ਵਿੱਚ ਕੁਛ ਨਾ ਕੁਛ ਹੋਰ ਕਮੀਆਂ ਰਹਿਣ ਦੇ ਬਾਵਜੂਦ ਉਹ ਭਰਤੀ ਅੱਜ ਜਿਹੜੀ ਸਾਡੀ 6635 ਹੈ ਉਹ ਵੀ ਕੋਰਟ ਦੇ ਵਿੱਚ ਹੀ ਪਈ ਹੈ। ਔਰ 5994 ਜਿਹੜੀ ਭਰਤੀ ਹੈ, ਸਰਕਾਰ ਨੇ ਇੱਕ ਪਬਲਿਕ ਨੋਟਿਸ ਦੇਤਾ ਅਖਬਾਰ ਦੇ ਵਿੱਚ ਕਿ ਅਸੀਂ 5994 ਜਿਹੜੀ ਹੈ ਇਹ ਟੀਚਰਾਂ ਨੂੰ ਹੋਰ ਭਰਤੀ ਦੇਣ ਜਾ ਰਹੇ ਹਾਂ ਈਟੀਟੀ ਵਾਲਿਆਂ ਨੂੰ। ਪਰ ਉਹ ਇੱਕ ਪਬਲਿਕ ਨੋਟਿਸ ਬਣ ਕੇ ਹੀ ਰਹਿ ਗਿਆ, ਕੋਈ ਆਫੀਸ਼ੀਅਲ ਜਿਹੜਾ ਉਹ ਸਾਈਟ ਤੇ ਨਹੀਂ ਆਇਆ, ਕੋਈ ਫਾਰਮ ਨਹੀਂ ਭਰਾਏ ਗਏ। ਇਸ ਤੋਂ ਪਹਿਲਾਂ 6635 ਔਰ 2364 ਦੇ ਫਾਰਮ ਭਰਾ ਕੇ, ਟੈਸਟ ਲੈ ਕੇ ਸਰਕਾਰ ਨੇ ਪੈਸੇ ਇਕੱਠੇ ਕਰਕੇ ਰੁਜ਼ਗਾਰ ਤੱਕ ਕੀ ਦੇਣਾ ਸੀ, ਨਿੱਤ ਡਾਂਗਾ ਦੇ ਨਾਲ ਹੀ ਸਾਨੂੰ ਜਿਹੜਾ ਨਵਾਜਿਆ ਜਾਂਦਾ ਸੀ। ਤੁਸੀਂ ਸਰਕਾਰ ਤੇ ਇਲਜ਼ਾਮ ਲਗਾ ਰਹੇ ਹੋ ਕਿ ਸਰਕਾਰ ਆ ਜਿਹੜੇ ਪੈਸੇ ਇਕੱਠੇ ਕਰਦੀ ਰਹੀ ਹੈ, ਤੁਹਾਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਪਰ ਚੰਨੀ ਸਰਕਾਰ ਨੇ ਤਾਂ ਏਡੇ ਏਡੇ ਵੱਡੇ ਬੋਰਡ ਲਗਾਏ ਆ, ਫਲੈਕਸ ਲਗਾਏ ਆ, ਜਿਨ੍ਹਾਂ 'ਤੇ ਲਿਖਿਆ ਸੀਗਾ ਕੱਚੇ ਜਿਹੜੇ ਮੁਲਾਜ਼ਮਾਂ 36,000 ਕੱਚਾ ਮੁਲਾਜ਼ਮਾਂ ਜਿਹੜਾ ਪੱਕਾ ਕੀਤਾ ਗਿਆ, ਤੇ ਤੁਹਾਡਾ ਉਹਨਾਂ ਦੇ ਵਿੱਚ ਵੀ ਕੋਈ ਨੰਬਰ ਨਹੀਂ ਹੈ। ਦੇਖੋ ਜੀ, ਜਿਹੜਾ ਸਾਡਾ ਮੁੱਦਾ ਸੀ ਈਟੀਟੀ ਟੈਟ ਪਾਸ ਵਾਲਿਆਂ ਦਾ, ਸਾਡਾ ਬੇਰੁਜ਼ਗਾਰੀ ਦਾ ਮੁੱਦਾ ਸੀ। ਔਰ ਦੂਜੇ ਪਾਸੇ ਜਿਹੜੇ ਕੱਚੇ ਮੁਲਾਜ਼ਮ ਸੀਗੇ, ਲਗਭਗ 10 ਤੋਂ 15 ਸਾਲ ਤੋਂ ਉਹ ਜਿਹੜੇ ਆ ਸਕੂਲਾਂ ਦੇ ਵਿੱਚ ਜਾਂ ਹੋਰ ਬਿਜਲੀ ਕਾਮੇ ਸੀਗੇ, ਉਹ ਲਗਾਤਾਰ ਸੇਵਾਵਾਂ ਨਿਭਾ ਰਹੇ ਸੀ ਕੱਚੇ ਤੌਰ ਤੇ। ਔਰ ਚੰਨੀ ਸਰਕਾਰ ਨੇ ਕੀ ਕੀਤਾ, ਆਉਣ ਸਾਰ ਹੀ ਇੱਕ ਐਲਾਨ ਕਰਤਾ ਕਿ ਮੈਂ ਜਿਹੜੇ 36,000 ਜਿਹੜੇ ਕੱਚੇ ਮੁਲਾਜ਼ਮ ਹੈ ਉਹ ਪੱਕੇ ਕਰਤੇ, ਜਿਹਦੀ ਬਦੌਲਤ ਹੋਇਆ ਕਿ 36,000 ਕੱਚੇ ਪੱਕੇ ਕਰਨ ਦੀ ਜਿਹੜੀ ਫਾਈਲ ਸੀਗੀ ਉਹ ਰਾਜਪਾਲ ਕੋਲੇ ਗਈ ਚੜੀ। ਤੇ ਨਾ ਹੀ ਸਰਕਾਰ ਨੇ ਕੁਝ ਦੇਖਿਆ ਕਿ ਉਹ ਕੱਚੇ ਜਿਹੜੇ ਉਹ ਪੱਕੇ ਹੋ ਗਏ ਕਿ ਨਹੀਂ, ਨਾ ਹੀ ਕੋਈ ਇਹਨਾਂ ਦੇ ਸਲਾਹਕਾਰ ਜਿਹੜੇ ਐਡੇ ਐਡੇ ਤਰਕਾਹਾਂ ਲੈ ਕੇ ਇਹਨਾਂ ਆਪਣੇ ਸਲਾਹਕਾਰ ਰੱਖੇ ਹੁੰਦੇ ਨੇ, IAS ਅਧਿਕਾਰੀ ਰੱਖੇ ਹੁੰਦੇ ਨੇ, ਨਾ ਹੀ ਉਹਨਾਂ ਨਾਲ ਕੋਈ ਇਹਨਾਂ ਸਲਾਹ ਕੀਤੀ ਕਿ ਉਹ ਪੱਕੇ ਹੋ ਗਿਆ ਕਿ ਨਹੀਂ। ਇਹਨਾਂ ਨੂੰ ਤਾਂ ਛੇਤੀ ਪੈ ਗਈ ਕਿ ਅਸੀਂ ਜਿਹੜੇ ਆਪਣੇ ਬੋਰਡ ਬੱਸਾਂ ਦੇ ਉੱਪਰ ਲਗਾਈਏ, ਪਿੰਡਾਂ ਦੀਆਂ ਗਲੀਆਂ 'ਚ ਲਗਾਈਏ, ਸ਼ਹਿਰਾਂ ਦੇ ਵਿੱਚ ਫਲੈਕਸ ਬੋਰਡ ਲਾਈਏ, ਜਦੋਂ ਕਿ ਉਹ ਜਿਹੜੀ ਫਾਈਲ ਸੀਗੀ ਉਹ ਰਾਜਪਾਲ ਕੋਲੇ ਖਾਲੀ ਦੀ ਖਾਲੀ ਵਾਪਸ ਮੁੜ ਕੇ ਆ ਗਈ। ਕਿਉਂ ਮੁੜ ਕੇ ਆ ਗਈ? ਕਿਉਂਕਿ ਉਹਦੇ ਵਿੱਚ 5 ਤੋਂ 6 ਜਿਹੜੀਆਂ ਉਹ ਕਮੀਆਂ ਪਾਈਆਂ ਗਈਆਂ। ਤਾਂ ਰਾਜਪਾਲ ਨੇ ਇਹ ਸਰਕਾਰ ਤੋਂ ਸਵਾਲ ਪੁੱਛਿਆ ਕਿ ਆਹ ਜਿਹੜੀਆਂ ਕਮੀਆਂ ਇਹ ਕਿਉਂ ਰਹਿ ਗਈਆਂ, ਤੇ ਉਹ ਅੱਜ ਵੀ ਕੱਚੇ ਮੁਲਾਜ਼ਮਾਂ ਦੀ ਜਿਹੜੀ ਹੈ ਉਹ ਦੁਖਦਾਈ ਕਹਾਣੀ ਉਵੇਂ ਦੀ ਉਵੇਂ ਹੀ ਪਈ ਹੈ। ਬਸ ਇੱਕ ਐਲਾਨ ਕਰਤਾ। ਔਰ ਤੁਸੀਂ ਸੁਣਿਆ ਹੋਏਗਾ ਆਪਣੇ ਮੁੱਖ ਮੰਤਰੀ ਸਾਹਿਬ ਤੋਂ ਕਿ ਉਹਨਾਂ ਇੱਕ ਐਲਾਨ ਇਹ ਕੀਤਾ ਸੀਗਾ ਕਿ ਜਿਹੜੇ ਇਹ 36,000 ਕੱਚੇ ਮੁਲਾਜ਼ਮ ਉਹ ਫਾਈਲ ਰਾਜਪਾਲ ਕੋਲ ਅਸੀਂ ਭੇਜੀ ਸੀ ਤੇ ਉਹ ਵਾਪਸ ਆ ਗਈ।
ਬਿਨਾਂ ਕਿਸੇ ਤੱਥਾਂ ਦੇ ਆਧਾਰ ਤੇ ਅਸੀਂ ਗੱਲ ਕਰ ਰਹੇ ਹਾਂ, ਪਰ ਸਾਨੂੰ ਸਾਡੀ ਸਰਕਾਰ ਨੂੰ ਹੀ ਨਹੀਂ ਪਤਾ ਕਿ ਅਸੀਂ ਉਹ ਪੱਕੇ ਕੀਤੇ ਆ ਜਾਂ ਨਹੀਂ ਕੀਤੇ। ਦੇਖੋ ਦੂਜੀ ਗੱਲ, 1 ਮਹੀਨਾ ਸਰਕਾਰ ਕੋਲੇ ਟਾਈਮ ਰਹਿ ਗਿਆ ਸੀ, 36,000 ਜੇ ਪੱਕੇ ਕਰਨੇ ਸੀਗੇ। ਜਿੰਨਾ ਖਰਚਾ ਇਹਨਾਂ ਫਲੈਕਸ ਬੋਰਡਾਂ ਤੇ ਲਾਤਾ, ਜਿੰਨਾ ਖਰਚਾ ਇਹਨਾਂ ਆਪਣੀ ਵਾਹਵਾ ਖੱਟਣ ਤੇ ਲਾਤਾ, ਤੇ ਮੈਨੂੰ ਨਹੀਂ ਲੱਗਦਾ ਕਿ ਉਹ 1 ਮਹੀਨੇ ਦੀ ਜੇ ਤਨਖਾਹ ਵੀ ਦਿੰਦੇ ਉਹਨਾਂ ਪੈਸਾ ਜਿਹੜਾ ਸਰਕਾਰ ਦਾ ਜਾਂਦਾ, ਜਿੰਨਾ ਉਹਨਾਂ ਦਾ ਵੋਟਾਂ ਵੀ ਮਿਲ ਜਾਣਗੀਆਂ। ਬਿਲਕੁਲ, ਜਿੰਨਾ ਇਹਨਾਂ ਮਸ਼ਹੂਰੀਆਂ ਤੇ ਲਾਤਾ, ਜਿਵੇਂ ਕਹਿੰਦੇ ਕਿ ਦਾੜੀ ਨਾਲੋਂ ਮੁੱਛਾਂ ਵੱਧ ਗਈਆਂ। ਉਸ ਤੋਂ ਪਹਿਲਾਂ ਬਾਦਲ ਸਰਕਾਰ ਸੀ, ਹਾਂਜੀ ਫਿਰ ਚੰਨੀ ਸਰਕਾਰ ਆਈ, ਤੇ ਵਿਰੋਧੀ ਧਿਰ ਸੀ ਜਿਹੜੀ ਉਹ ਆਮ ਆਦਮੀ ਬਿਲਕੁਲ ਪਾਰਟੀ ਸੀ। ਕਿ ਉਹਨਾਂ ਨੇ ਤੁਹਾਡਾ ਸੰਸਦ ਦੇ ਵਿੱਚ ਕੋਈ ਮੁੱਦਾ ਚੱਕਿਆ ਆਮ ਆਦਮੀ ਪਾਰਟੀ ਨੇ? ਹੁਣ ਨਾਲ ਹੀ ਇੱਕ ਮੈਂ ਕੁਐਸਚਨ ਹੋਰ ਵੀ ਤੁਹਾਨੂੰ ਕਰੂੰਗਾ ਕਿ ਹੁਣ ਚੌਥੀ ਧਿਰ ਦੇ ਵਜੋਂ ਆ ਜਿਹੜੀ ਉਹ ਬੀਜੇਪੀ ਪੰਜਾਬ ਦੇ ਵਿੱਚ ਆਈ ਹੈ, ਕੀ ਤੁਹਾਨੂੰ ਇਹ ਤੇ ਕੋਈ ਆਸ ਉਮੀਦ ਹੈ? ਦੇਖੋ ਜੀ, ਪਹਿਲਾਂ ਗੱਲ ਸ਼ੁਰੂ ਕਰੀਏ ਆਪਾਂ ਅਕਾਲੀ ਦਲ ਤੋਂ। ਸੱਤਾ ਦੇ ਵਿੱਚ ਰਹਿ ਚੁੱਕੇ ਸੀ ਉਹ, ਜਿੰਨਾ ਕੁ ਉਹਨਾਂ ਕੋਲ ਹੋਇਆ ਉਹਨਾਂ ਆਉਣ ਵਾਲੇ ਆਪਣੇ ਟਾਈਮ ਦੇ ਵਿੱਚ ਭਰਤੀ ਕੀਤੀ, ਕਿਉਂਕਿ ਅਸੀਂ ਨਹੀਂ ਕਿਸੇ ਨੂੰ ਕ੍ਰੈਡਿਟ ਨਹੀਂ ਦਿੰਦੇ, ਕਿਉਂਕਿ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਸੀ ਰੁਜ਼ਗਾਰ ਦੇਣਾ। ਸਰਕਾਰ ਆਪਣੀ ਜ਼ਿੰਮੇਵਾਰੀ ਤੇ ਆਉਂਦੀ ਹੈ, ਆਪਾਂ ਵੋਟਾਂ ਪਾ ਕੇ ਜਿਤਾਉਣੇ, ਤੇ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਉਹਨਾਂ ਨੂੰ ਨੌਕਰੀ ਦੇਣਾ। ਤਾਂ ਉਸ ਤੋਂ ਬਾਅਦ ਆਈ ਵਿਰੋਧੀ ਧਿਰ। ਵਿਰੋਧੀ ਧਿਰ ਦੇ ਵਿੱਚ ਦੇਖੋ ਜੀ, ਪਹਿਲਾਂ ਤਾਂ ਸੀਗੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ। ਜਦੋਂ ਅਸੀਂ ਸੰਗਰੂਰ ਲਗਾਤਾਰ 7 ਮਹੀਨੇ ਟੈਂਕੀ ਤੇ ਧਰਨਾ ਲਾਇਆ, ਸਾਡੇ ਉੱਪਰ ਕੋਈ ਨਜਾਇਜ਼ ਸ਼ਰਤਾਂ ਲੱਗੀਆਂ ਸੀ ਉਹਨਾਂ ਨੂੰ ਤੁੜਵਾਉਣ ਦੇ ਲਈ, ਤਾਂ ਇਹ ਸਾਡੇ ਧਰਨੇ ਦੇ ਵਿੱਚ ਪਹੁੰਚੇ ਔਰ ਬਕਾਇਦਾ ਇਹ ਟੈਂਕੀ ਦੇ ਉੱਪਰ ਵੀ ਜਾ ਕੇ ਆਏ। ਲਗਭਗ 200 ਫੁੱਟ ਦੇ ਕਰੀਬ ਉੱਚੀ ਸੀਗੀ ਟੈਂਕੀ, ਉੱਥੇ ਜਾ ਕੇ ਵੀ ਆਏ। ਟੈਂਕੀ ਦੇ ਉੱਪਰ ਜਾ ਕੇ ਸਾਡੇ ਸਾਥੀਆਂ ਨੂੰ ਮਿਲ ਕੇ ਵੀ ਆਏ, ਜਿਹਦੇ ਵਿੱਚੋਂ ਅਸੀਂ ਸੰਗਰੂਰ ਬੈਠੇ ਸੀ, ਇੱਕ ਆਪਣੇ ਜਲਾਲਾਬਾਦ ਏਰੀਏ ਦੀ ਜਨਕੋ ਰਾਣੀ ਸੀਗੀ, ਉਹ ਵੀ ਟੈਂਕੀ ਤੇ ਬੈਠੇ ਰਹੇ ਲਗਾਤਾਰ 7 ਮਹੀਨੇ। ਤਾਂ ਇਹ ਉੱਥੇ ਜਾ ਕੇ ਆਏ। ਸਾਡੇ ਧਰਨੇ ਦੇ ਵਿੱਚ ਸਿਰਫ ਇੱਕ ਲੋਕਾਂ ਨੂੰ ਦਿਖਾਉਣ ਦੀ ਖਾਤਰ ਆ ਕੇ ਕਿ ਅਸੀਂ ਬੇਰੁਜ਼ਗਾਰਾਂ ਦੇ ਧਰਨੇ ਦੇ ਵਿੱਚ ਜਾਂਦੇ ਹਾਂ, ਪਰ ਸਾਡਾ ਇੱਕ ਵੀ ਮੁੱਦਾ ਜਿਹੜਾ ਉੱਥੇ ਵਿਧਾਨ ਸਭਾ ਦੇ ਵਿੱਚ ਨਹੀਂ ਚੁੱਕਿਆ। ਕਿਉਂ ਨਹੀਂ ਚੁੱਕਿਆ? ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੂੰ ਲੱਗ ਰਿਹਾ ਸੀ, ਇਹਨਾਂ ਦੇ ਦਿਲ ਦੇ ਵਿੱਚ ਉਹ ਬੇਈਮਾਨੀ ਸੀਗੀ ਕਿ ਮੈਂ ਜਾਣਾ ਕਾਂਗਰਸ ਸਰਕਾਰ ਦੇ ਵਿੱਚ, ਜੇ ਅੱਜ ਕਾਂਗਰਸ ਸਰਕਾਰ ਦੇ ਮੈਂ ਉਲਟ ਕੋਈ ਚੁੱਕਦਾ ਮੁੱਦੇ ਤੇ ਉਹਦਾ ਥੁੱਕ ਕੇ ਚੱਕਣ ਵਾਲੀ ਗੱਲ ਹੋ ਜਾਊਗੀ। ਤੇ ਦੂਜੀ ਗੱਲ ਤੁਸੀਂ ਸਵਾਲ ਕੀਤਾ ਸੀ ਬੀਜੇਪੀ ਦਾ। ਦੇਖੋ ਜੀ, ਬੀਜੇਪੀ ਜਿਹੜੀ ਅੱਜ ਪੰਜਾਬ ਦੇ ਵਿੱਚ ਪੈਰ ਜਿਹੜੇ ਆਪਣੇ ਉਹ ਫਸਾ ਰਹੀ ਹੈ, ਕਿਉਂਕਿ ਉਮੀਦਾਂ ਦੀ ਗੱਲ ਕਰੀਏ ਤੇ ਇੱਕ ਉਮੀਦਾਂ ਦੀ ਦੁਨੀਆ ਕਾਇਮ ਹੈ, ਪਰ ਜੇ ਕਹੀਏ ਆਸਾਂ ਨੂੰ ਬੂਰ ਕਦੋਂ ਪਏਗਾ? ਕਿਉਂਕਿ ਬੀਜੇਪੀ ਜਿਹੜੀ ਸਰਕਾਰ ਹੈ, ਇਹਨਾਂ ਜਿਵੇਂ ਕਿਸਾਨਾਂ ਦੇ ਉੱਪਰ ਇੱਕ ਕਾਲੇ ਕਾਨੂੰਨ ਇਹਨਾਂ ਲਾਏ ਸੀਗੇ, ਸਾਡੇ ਉੱਪਰ ਵੀ ਇਹ ਸੈਂਟਰ ਸਰਕਾਰ ਨੇ ਇੱਕ ਕਾਲੇ ਕਾਨੂੰਨ ਜਿਹੜੇ ਇੱਕ ਕਾਲੀ ਚਿੱਠੀ ਸਾਡੇ ਉੱਪਰ ਵੀ ਲਗਾਈ ਹੋਈ ਹੈ। ਮਤਲਬ ਕਿ ਬੇਰੁਜ਼ਗਾਰ ਵੀ ਹੈ ਜਿਹੜਾ ਸੈਂਟਰ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋਇਆ, ਕਿਉਂਕਿ ਕੁਝ ਸੈਂਟਰ ਸਰਕਾਰ ਦੀ ਬੇਰੁਖੀ ਦਾ ਔਰ ਕੁਝ ਕਾਂਗਰਸ ਸਰਕਾਰ ਦੀ ਜਿਹੜੀ ਆਪਣੇ ਸਟੇਟ ਦੀ ਮੌਜੂਦਾ ਸਰਕਾਰ। ਕਿਉਂਕਿ ਜੇ ਕਹੀਏ ਗੱਲ ਕਰੀਏ ਬੀਜੇਪੀ ਤੋਂ ਕੀ ਉਮੀਦਾਂ ਨੇ, ਅੱਜ ਹੁਣ ਸਾਡੇ ਨਾਲ ਅਸੀਂ ਇਹਨਾਂ ਦਾ ਹਰੇਕ ਪਲੇਟਫਾਰਮ ਤੇ ਵਿਰੋਧ ਕਰ ਰਹੇ ਹਾਂ ਬੀਜੇਪੀ ਦਾ। ਜਿੱਥੇ ਵੀ ਜਿਹੜੇ ਵੀ ਕਿਸੇ ਉਮੀਦਵਾਰ ਨੂੰ ਜਿੱਥੇ ਵੀ ਟਿਕਟ ਮਿਲੀ ਅਸੀਂ ਵਿਰੋਧ ਕਰ ਰਹੇ ਹਾਂ। ਕਿਉਂ ਕਰ ਰਹੇ ਹਾਂ? ਕਿਉਂਕਿ ਇਹ ਹੁਣ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਕਿ ਤੁਸੀਂ ਸਾਨੂੰ ਵੋਟਾਂ ਪਾਓ, ਅਸੀਂ ਜਿਹੜਾ ਤੁਹਾਡੇ ਮਸਲੇ ਹੱਲ ਕਰਾਂਗੇ। ਅਸੀਂ ਇਹਨਾਂ ਤੋਂ ਸਵਾਲ ਪੁੱਛਦੇ ਹਾਂ ਕਿ ਮਸਲੇ ਤਾਂ ਸਾਡੇ ਸੈਂਟਰ ਤੋਂ ਹੱਲ ਹੋਣੇ ਆ, ਸੈਂਟਰ ਦੇ ਵਿੱਚ ਤੁਹਾਡੀ ਸਰਕਾਰ ਹੈ, ਤੁਸੀਂ ਸਾਡੇ ਉਹ ਮਸਲੇ ਹੱਲ ਕਰਵਾ ਦਿਓ ਤੇ ਅਸੀਂ ਤੁਹਾਡੇ ਨਾਲ ਜੁੜ ਜਾਾਂਗੇ। ਸਾਡੇ ਲਗਭਗ 15,000 ਘਰਾਂ ਦੇ ਰੁਜ਼ਗਾਰ ਦਾ ਮਸਲਾ ਹੈ, ਜੇ ਸਾਨੂੰ ਰੁਜ਼ਗਾਰ ਮਿਲਦਾ ਹੈ ਪਹਿਲਾਂ ਤੁਸੀਂ ਹੱਲ ਕਰਾਓ, ਤੁਹਾਡੇ ਹੱਥ 'ਚ ਪਾਵਰ ਹੈ, ਤੁਸੀਂ ਸਾਡੇ ਹੱਲ ਕਰਵਾ ਦਿਓ, ਅਸੀਂ ਤੁਹਾਡੇ ਨਾਲ ਜੁੜ ਜਾਾਂਗੇ। ਪਰ ਉਮੀਦਾਂ ਆਪਾਂ ਲਗਾ ਸਕਦੇ ਹਾਂ, ਪਰ ਜੇ ਅੱਜ ਸੱਤਾ ਦੇ ਵਿੱਚ ਕੋਈ ਕਾਬਜ਼ ਬੈਠਾ ਹੈ ਤੇ ਉਹ ਸਾਡੇ ਮਸਲਿਆਂ ਨੂੰ ਹੱਲ ਤਾਂ ਕਰ ਸਕਦੇ ਆ। ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਕਰਨੀ ਚਾਹਾਂਗਾ ਕਿ ਤੁਸੀਂ ਟੈਂਕੀਆਂ ਤੇ ਚੜ੍ਹ ਜਾਂਦੇ ਹੋ, ਟਾਵਰਾਂ ਤੇ ਚੜ੍ਹ ਜਾਂਦੇ ਹੋ, ਬਿਨਾਂ ਪੁੱਛੇ ਤੇ ਤੁਸੀਂ ਸਰਕਾਰ ਤੋਂ ਉਹ ਜਿਹੜਾ ਚੜ੍ਹ ਜਾਂਦੇ ਹੋ, ਤੇ ਬਿਨਾਂ ਪੁੱਛੇ ਤੇ ਤੁਸੀਂ ਉੱਤਰ ਆਉਣੇ ਕਿ ਕੋਈ ਤੁਹਾਨੂੰ ਵਿਸ਼ਵਾਸ ਵੀ ਦਵਾਉਂਦਾ ਫਿਰ ਉਤਰਦੇ? ਦੇਖੋ ਜੀ, ਜਦੋਂ ਅਸੀਂ ਟੈਂਕੀਆਂ ਤੇ ਚੜ੍ਹਦੇ ਹਾਂ ਜਾਂ ਟਾਵਰਾਂ ਤੇ ਚੜ੍ਹਦੇ ਹਾਂ, ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਬਿਨਾਂ ਪੁੱਛੇ ਨਹੀਂ ਚੜ੍ਹਦੇ ਹੁੰਦੇ। ਜੇ ਗੱਲ ਕਰੀਏ ਕਿ ਅਸੀਂ ਪਰਮਿਸ਼ਨ ਲੈਣੀ ਹੈ ਸਰਕਾਰ ਤੋਂ, ਸਰਕਾਰ ਇਹੋ ਜਿਹੇ ਕੰਮਾਂ ਦੀ ਪਰਮਿਸ਼ਨ ਤਾਂ ਆਪਾਂ ਨੂੰ ਕਦੇ ਵੀ ਨਹੀਂ ਦਿੰਦੀ ਹੁੰਦੀ। ਜਦੋਂ ਵੀ ਅਸੀਂ ਟੈਂਕੀਆਂ ਤੇ ਚੜ੍ਹਦੇ ਹਾਂ ਜਾਂ ਟਾਵਰਾਂ ਤੇ ਚੜ੍ਹਦੇ ਹਾਂ, ਉਸ ਤੋਂ ਪਹਿਲਾਂ ਅਸੀਂ ਸਰਕਾਰ ਨਾਲ ਮੀਟਿੰਗਾਂ ਕਰ ਚੁੱਕੇ ਹੁੰਦੇ ਹਾਂ ਕਿ ਸਾਡਾ ਜਿਹੜਾ ਰੁਜ਼ਗਾਰ ਦਿੱਤਾ ਜਾਵੇ, ਸਾਨੂੰ ਨੌਕਰੀਆਂ ਦਿੱਤੀਆਂ ਜਾਣ। ਔਰ ਜੇ ਅਸੀਂ ਸੰਘਰਸ਼ ਕਰਦੇ ਹਾਂ, ਪਹਿਲਾਂ ਅਸੀਂ ਸੰਗਰੂਰ ਰਹੇ, ਸਾਡੇ ਉੱਪਰ ਇੱਕ ETT ਵਾਲੇ ਉੱਪਰ BA ਦੀ ਨਜਾਇਜ਼ ਸ਼ਰਤ ਲੱਗੀ ਸੀ, ਉਹ ਸਰਕਾਰ ਨੇ 7 ਮਹੀਨੇ ਸਾਨੂੰ ਟੈਂਕੀਆਂ ਤੇ ਬਿਠਾ ਕੇ, ਸਾਨੂੰ ਡਾਂਗਾ ਮਾਰ ਕੇ, ਲਾਠੀਆਂ ਸਾਡੇ ਤੇ ਮਾਰ ਕੇ, ਸਿਰ ਪਾੜ ਕੇ, ਇੱਥੋਂ ਤੱਕ ਅਥਰੂ ਗੈਸ ਜਿਹੜੇ ਗੋਲੇ ਵੀ ਸਾਡੇ ਉੱਪਰ ਵਰਸਾਏ। ਇੰਨਾ ਕੁਛ ਕਰਨ ਦੇ ਬਾਵਜੂਦ ਉਹ ਸ਼ਰਤ ਜਿਹੜੀ ਇਹ ਰੱਦ ਹੋਈ, ਉਹ ਸਾਡਾ ਸਰਕਾਰ ਨਾਲ ਸਮਝੌਤਾ ਹੋਇਆ ਤੇ ਅਸੀਂ ਟੈਂਕੀ ਤੋਂ ਥੱਲੇ ਉਤਰੇ। ਉਸ ਤੋਂ ਬਾਅਦ ਸਾਡਾ 136 ਦਿਨ ਜਿਹੜਾ ਸਾਡਾ ਸੁਰਿੰਦਰਪਾਲ ਗੁਰਦਾਸਪੁਰ ਤੋਂ ਟਾਵਰ ਦੇ ਉੱਪਰ ਬੈਠਾ ਰਿਹਾ, ਮੋਬਾਈਲ ਟਾਵਰ ਪਟਿਆਲੇ ਦੇ ਵਿੱਚ, ਕਿਉਂਕਿ ਸਾਡਾ ਮਸਲਾ ਇਹ ਨਹੀਂ ਸੀਗਾ ਵੀ ਅਸੀਂ ਨਜਾਇਜ਼ ਸ਼ਰਤਾਂ ਹੀ ਰੱਦ ਕਰਵਾਉਣੀਆਂ। ਸਾਡਾ ਮਸਲਾ ਤਾਂ ਰੁਜ਼ਗਾਰ ਦਾ ਸੀ, ਸਾਡਾ ਮਸਲਾ ਤਾਂ ਨੌਕਰੀ ਦਾ ਸੀ। ਪਰ ਜਦੋਂ ਸਾਡੀ ਸਹਿਮਤੀ ਸੰਗਰੂਰ ਬਣ ਗਈ ਸੀ, ਉਸ ਤੋਂ ਬਾਅਦ ਸਰਕਾਰ ਨੇ ਪੋਸਟਾਂ ਨਹੀਂ ਸੀ ਕੱਢੀਆਂ।
ਕੁਝ ਕੱਢੀਆਂ ਉਹ ਖਾਮੀਆਂ ਕਰਕੇ ਰੁਲ ਗਈਆਂ, ਕੋਰਟ ਦੇ ਵਿੱਚ ਗਈਆਂ ਚਲੀਆਂ। ਉਸ ਤੋਂ ਬਾਅਦ 136 ਦਿਨ ਸਾਡਾ ਸਾਥੀ ਜਿਹੜਾ ਟਾਵਰ ਦੇ ਉੱਪਰ ਬੈਠਾ ਰਿਹਾ, ਔਰ ਜਦੋਂ ਟਾਵਰ ਦੇ ਉੱਪਰ ਬੈਠਾ ਰਿਹਾ ਤੇ 6635 ਭਰਤੀ ਦੇ ਜਿੱਦਣ ਇਸ਼ਤਿਹਾਰ ਜਾਰੀ ਹੋਇਆ, ਸਰਕਾਰ ਦੇ ਨਾਲ ਸਹਿਮਤੀ ਬਣਾ ਕੇ ਫਿਰ ਅਸੀਂ ਆਪਣੇ ਸਾਥੀ ਨੂੰ ਜਿਹੜਾ ਉਹ ਨੀਚੇ ਉਤਾਰਿਆ ਸੀ। ਪਰ ਉਹ ਸਾਨੂੰ ਨੀਚੇ ਉਤਾਰਨ ਦਾ ਕੋਈ ਇੰਨਾ ਜਿਹੜਾ ਫਾਇਦਾ ਨਹੀਂ ਹੋਇਆ, ਕਿਉਂਕਿ ਸਾਡੀ 6635 ਭਰਤੀ ਵੀ ਜਿਹੜੀ ਉਹ ਅੱਜ ਕੋਰਟ ਦੇ ਵਿੱਚ ਰੁਲ ਰਹੀ ਹੈ। ਕਿਉਂ ਰੁਲ ਰਹੀ ਹੈ? ਕਿਉਂਕਿ ਇੱਕ ਤਾਂ ਆਪਣੇ ਸਟੇਟ ਸਰਕਾਰ ਜਿਹੜੀ ਕਾਂਗਰਸ ਸਰਕਾਰ ਸੀਗੀ, ਕੁਝ ਉਹਨਾਂ 'ਚ ਕਮੀਆਂ ਰਹਿ ਗਈਆਂ, ਕੁਝ ਜਿਹੜਾ ਸੈਂਟਰ ਦੇ ਰੂਲ ਬਣੇ ਸੀ ਉਹ ਸੈਂਟਰ ਦੀ ਕਾਲੀ ਚਿੱਠੀ ਰੱਦ ਨਾ ਹੋਣ ਕਰਕੇ ਸਾਡੇ ਜਿਹੜਾ ਰੁਜ਼ਗਾਰ ਜਿਹੜਾ ਉੱਥੇ ਦੀ ਉੱਥੇ ਰਹਿ ਗਿਆ, ਸਾਡਾ ਜਿਹੜਾ ਭਵਿੱਖ ਹੈ ਉਹ ਲਗਭਗ ਤਬਾਹ ਹੋਣ ਦੇ ਦਰਕਰਾਰ ਹੀ ਬੈਠਾ ਹੈ। ਦੋਨਾਂ ਸਰਕਾਰਾਂ ਦੇ ਹੀ ਮਤਲਬ ਇਹ ਤੁਸੀਂ ਬੇਰੁਖੀ ਦਾ ਸ਼ਿਕਾਰ। ਬਿਲਕੁਲ ਜੀ, ਬਿਲਕੁਲ। ਔਰ ਇਹਦੇ ਵਿੱਚ ਹੋਇਆ ਕਿ 2364 ਇੱਕ ਭਰਤੀ ਸਾਡੀ ਆਈ ਸੀ, ਉਹਦੇ ਵਿੱਚ ਪੇਪਰ ਹੋ ਗਿਆ। ਮੈਂ ਸਰਕਾਰਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ 2364 ਭਰਤੀ ਆਈ ਸੀ ਉਹ ਕੋਰਟ ਦੇ ਵਿੱਚ ਗਈ ਚਲੀ, ਰੱਦ ਹੋ ਗਈ, ਪੇਪਰ ਪਾਸ ਕਰ ਲਿਆ, ਸਾਡੇ ਸਾਥੀ ਮੈਰਿਟ 'ਚ ਆ ਗਏ। ਨਵੀਂ ਭਰਤੀ ਆਈ, ਉਹਦੇ 'ਚ ਓਵਰੇਜ ਹੋ ਗਿਆ। ਕੀ ਸਰਕਾਰ ਉਹਨਾਂ ਦਾ ਹੱਲ ਕੀਤਾ? ਪੁਖਤਾ ਹੱਲ ਕੀ ਕਰੂਗੀ ਸਰਕਾਰ? ਜਿਹੜੇ ਸਾਥੀ ਓਵਰੇਜ ਹੋ ਗਏ, 5 ਸਾਲ ਸਰਕਾਰ ਨੇ ਨੌਕਰੀਆਂ ਨਹੀਂ ਦਿੱਤੀਆਂ, ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ? ਟੈਸਟ ਪਾਸ ਕਰਨ ਦੇ ਬਾਵਜੂਦ ਵੀ ਸਰਕਾਰ ਦੇ ਆਪਣੀਆਂ ਜਿਹੜੀਆਂ ਇੱਕ ਚਿੱਠੀਆਂ ਦੇ ਵਿੱਚ ਕਮੀਆਂ ਰਹਿ ਜਾਂਦੀਆਂ, ਐਡਵਰਟਾਈਜ਼ਮੈਂਟ ਦੇ ਵਿੱਚ ਕਮੀ ਰਹਿ ਜਾਂਦੀ ਹੈ। ਸਰਕਾਰ ਉਹ ਕਮੀਆਂ ਨਹੀਂ ਦੇਖਦੀ ਕਿ ਕਮੀਆਂ ਰਹਿ ਰਹੀਆਂ, ਕਿਸੇ ਗਰੀਬ ਦਾ ਜਿਹੜਾ ਭਵਿੱਖ ਜਿਹੜਾ ਉਹ ਤਬਾਹ ਕਰਨ ਜਾ ਰਹੇ ਆ। ਨਵਜੋਤ ਸਿੱਧੂ ਦਾ ਇੱਕ ਹੁਣ ਬਿਆਨ ਆਇਆ ਕਿ ਜਿਹੜੇ ਈਟੀਟੀ ਵਾਲੇ ਆ ਉਹ ਖੰਭਿਆਂ ਤੇ ਚੜੇ ਫਿਰਦੇ ਆ ਜਾਂ ਟੈਂਕੀਆਂ ਤੇ ਚੜੇ ਫਿਰਦੇ ਆ, ਜਦੋਂ ਹੁਣ ਸਾਡੀ ਸਰਕਾਰ ਆਊਗੀ ਅਸੀਂ 40,000 ਤੇ ਤੋਂ ਘੱਟ ਉਹਨਾਂ ਨੂੰ ਜਿਹੜਾ ਨੌਕਰੀ ਤੇ ਨਹੀਂ ਰੱਖਾਂਗੇ। ਦੇਖੋ ਜੀ, ਨਵਜੋਤ ਸਿੱਧੂ ਦੀ ਜੇਕਰ ਆਪਾਂ ਗੱਲ ਕਰੀਏ ਤੇ ਹਾਸਾ ਵੀ ਆਉਂਦਾ, ਕਿਉਂਕਿ ਨਵਜੋਤ ਸਿੱਧੂ ਜਿਹੜੇ ਆਪਣੇ ਇੱਕ ਬੇਤੁਕੀਆਂ ਜਿਹੀਆਂ ਗੱਲਾਂ ਕਰਨ ਦੇ ਲਈ ਅੱਜ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ, ਪੂਰੇ ਮਸ਼ਹੂਰ ਆ। ਦੇਖੋ, ਅੱਜ ਕੱਲ੍ਹ ਹੀ ਉਹਨਾਂ ਦਾ ਇੱਕ ਲਾਈਵ ਦੇ ਵਿੱਚ ਬਿਆਨ ਆਇਆ ਸੀ ਕਿ ਮੈਂ 40,000 ਦੇ ਉੱਪਰ ਈਟੀਟੀ ਵਾਲੇ ਜਿਹੜੇ ਅਧਿਆਪਕ ਨੇ ਉਹ ਭਰਤੀ ਕਰਾਂਗਾ। 5 ਸਾਲ ਹੋ ਗਏ ਸਾਨੂੰ ਲੜਦਿਆਂ ਨੂੰ। ਇੱਕ ਪਤਾ ਨਹੀਂ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਸੁਣੀ ਸਰਕਾਰ ਸੀ ਕਿ ਕਿੱਥੋਂ ਡਾਟਾ ਇਕੱਠਾ ਕਰ ਲਿਆ ਕਿ ਜੇਕਰ ਅਸੀਂ ਇੱਕ ਟੀਚਰ ਨੂੰ 10,300 ਤਨਖਾਹ ਦਿੰਦੇ ਆ ਤਾਂ ਇੰਨੇ ਟੀਚਰ ਅਸੀਂ ਰੱਖਦੇ ਆ ਤੇ 1,000 ਕਰੋੜ ਰੁਪਏ ਦਾ ਬਜਟ ਬਣਦਾ ਮਹੀਨੇ ਦਾ, ਤੇ ਅਸੀਂ ਇਹਨਾਂ ਨੂੰ ਇਹ ਤਨਖਾਹ ਕਿੱਥੋਂ ਦੇਵਾਂਗੇ? ਸਾਡੇ ਕੋਲ ਇੰਨਾ ਪੈਸਾ ਨਹੀਂ ਹੈਗਾ। ਸੱਤਾ ਦੇ ਵਿੱਚ ਹੋਣ ਦੇ ਬਾਵਜੂਦ ਤੁਸੀਂ ਸਾਨੂੰ ਨੌਕਰੀ ਨਹੀਂ ਦਿੱਤੀ। ਅੱਜ ਵੋਟਾਂ ਆ ਗਈਆਂ, ਮੈਂ ਤਾਂ ਇਹਨਾਂ ਨੂੰ ਕਹਿੰਦਾ ਹੁੰਦਾ ਕਿ ਬਰਸਾਤੀ ਡੱਡੂ ਹੈ, ਬਰਸਾਤ ਦੇ ਟਾਈਮ ਬਾਹਰ ਨਿਕਲੇ, ਅੱਜ ਵੋਟਾਂ ਦਾ ਟਾਈਮ ਆ ਗਿਆ ਤਾਂ ਅੱਜ ਇਹ ਕਹਿੰਦੇ ਨੇ ਕਿ ਮੈਂ 40,000 ਦੇ ਤੁਹਾਨੂੰ ਜਿਹੜੀ ਨੌਕਰੀ ਦਾਂਗਾ। ਜਦੋਂ ਸੱਤਾ ਦੇ ਵਿੱਚ ਸੀ ਉਦੋਂ ਨੌਕਰੀ ਕਿਉਂ ਨਹੀਂ ਦਿੱਤੀ? ਉਦੋਂ ਤੁਸੀਂ ਰੁੱਸੇ ਨੂੰ ਮਨਾਉਣ ਤੇ ਤੁਰੇ ਫਿਰਦੇ ਸੀ, ਉਦੋਂ ਨੌਕਰੀ ਕਿਉਂ ਨਹੀਂ ਮਿਲੀ ਸਾਨੂੰ? ਹੁਣ ਤੁਹਾਡਾ ਜਿਹੜਾ ਇਹ ਮਸਲਾ ਉਹ ਕਿਸ ਤਰ੍ਹਾਂ ਹੱਲ ਹੋ ਸਕਦਾ? ਕੀ ਤੁਹਾਨੂੰ ਸਰਕਾਰਾਂ ਤੋਂ ਆਸ ਉਮੀਦ ਹੈ ਕੋਈ ਕਿ ਬੇਰੁਖੀ ਦਾ ਸ਼ਿਕਾਰ ਹੀ ਹੋਣਾ ਪਊਗਾ ਤੁਹਾਨੂੰ? ਦੇਖੋ ਜੀ, ਜੇ ਤਾਂ ਉਮੀਦਾਂ ਦੀ ਗੱਲ ਕਰੀਏ ਤਾਂ ਮੈਂ ਪਹਿਲਾਂ ਵੀ ਕਹਿ ਚੁੱਕੇ ਕਿ ਜਿਹੜੀ ਦੁਨੀਆ ਉਮੀਦਾਂ ਦੇ ਕਾਇਮ ਆ, ਪਰ ਜਿਹੜਾ ਜਿਵੇਂ ਸਾਡੇ ਨਾਲ ਪਿਛਲੇ 5 ਸਾਲਾਂ ਦੇ ਵਿੱਚ ਹੋਇਆ ਤਾਂ ਇੱਕ ਹਿਸਾਬ ਨਾਲ ਸਾਡੇ ਜਿਹੜੇ ਆ ਹੌਸਲੇ ਆ ਉਹ ਸਰਕਾਰਾਂ ਤੋਂ, ਸਾਡੇ ਜਿਹੜੇ ਵਿਸ਼ਵਾਸ ਆ ਉਹ ਟੁੱਟ ਚੁੱਕਿਆ। ਕਿਉਂਕਿ ਇੱਕ ਤੁਸੀਂ ਦੇਖਿਆ ਹੋਣਾ, ਅਸੀਂ ਤਾਂ ਆਮ ਤੌਰ ਤੇ ਕਹਿੰਦੇ ਹੁੰਦੇ ਆ ਕਿ ਪੀਪਾ ਮੰਤਰੀ, ਪਰ ਸਰਕਾਰਾਂ ਉਹਨੂੰ ਖਜ਼ਾਨਾ ਮੰਤਰੀ ਕਹਿੰਦੀਆਂ ਸੀਗੀਆਂ। ਸਾਡੀਆਂ ਉਹਨਾਂ ਨਾਲ ਵੀ ਮੀਟਿੰਗਾਂ ਹੋਈਆਂ ਜਦੋਂ ਅਸੀਂ ਸੰਘਰਸ਼ ਕਰ ਰਹੇ ਸੀ ਕਿ ਤੁਸੀਂ ਭਾਈ, ਜਦੋਂ ਅਸੀਂ ਮੀਟਿੰਗ ਕਰਦੇ ਸੀ ਸਿੱਖਿਆ ਮੰਤਰੀ ਸਾਹਿਬ ਨਾਲ ਤਾਂ ਉਹ ਕਹਿੰਦੇ ਸੀ ਖਜ਼ਾਨਾ ਖਾਲੀ ਹੈ। ਅਸੀਂ ਫਿਰ ਇੱਕ ਪ੍ਰੋਟੈਸਟ ਬਠਿੰਡੇ ਸ਼ੁਰੂ ਕੀਤਾ। ਅਸੀਂ ਕਿਹਾ ਚਲੋ ਕਿਉਂ ਨਾ ਆਪਾਂ ਖਜ਼ਾਨਾ ਮੰਤਰੀ ਨੂੰ ਪੁੱਛ ਲਈਏ। ਜਦੋਂ ਉਹਨਾਂ ਕੋਲ ਗਏ ਤੇ ਉਹਨਾਂ ਵੀ ਕਿਹਾ ਖਜ਼ਾਨਾ ਖਾਲੀ ਹੈ। ਤੇ ਮੈਂ ਅੱਜ ਵੋਟਾਂ ਦਾ ਟਾਈਮ ਹੈ, ਅੱਜ ਪੁੱਛਣਾ ਚਾਹੁੰਦਾ ਇਹਨਾਂ ਨੂੰ ਕਿ ਜਦੋਂ ਕੈਪਟਨ ਸਰਕਾਰ ਸੀ ਉਦੋਂ ਵੀ ਇਹ ਖਜ਼ਾਨਾ ਮੰਤਰੀ ਸੀ, ਬਾਦਲ ਸਰਕਾਰ ਸੀ ਉਦੋਂ ਵੀ ਇਹ ਖਜ਼ਾਨਾ ਮੰਤਰੀ ਸੀ, ਉਦੋਂ 6505 ਭਰਤੀ ਹੋ ਗਈ, ਕੈਪਟਨ ਸਰਕਾਰ ਆ ਗਈ, ਉਸ ਟਾਈਮ ਵੀ ਇਹ ਖਜ਼ਾਨਾ ਮੰਤਰੀ ਸੀ। ਅਸੀਂ ਨੌਕਰੀ ਦੀ ਗੁਜ਼ਾਰਿਸ਼ ਕੀਤੀ, ਸਾਨੂੰ ਨੌਕਰੀ ਚਾਹੀਦੀ ਹੈ, ਤਾਂ ਪਹਿਲੀ ਕੈਬਨਿਟ ਦੇ ਵਿੱਚ ਕੈਪਟਨ ਸਰਕਾਰ ਦੇ 25 ਤੋਂ 22 ਕੇ 25 ਨੋਵਾ ਗੱਡੀਆਂ ਵੰਡੀਆਂ ਜਾਂਦੀਆਂ ਨਵੀਆਂ। ਉਹ ਉਸ ਟਾਈਮ ਉਹ ਖਜ਼ਾਨਾ ਕਿੱਥੇ ਗਿਆ? ਔਰ ਉਸ ਤੋਂ ਬਾਅਦ ਜਦੋਂ ਇੱਕ ਇਹਨਾਂ ਸਟੰਟ ਖੇਡਿਆ ਕਿ ਕੈਪਟਨ ਲਾਤਾ ਚੰਨੀ ਲਾਤਾ, ਚੰਨੀ ਨੇ ਆਉਣ ਸਾਰ ਫਿਰ 22 ਨੋਵਾ ਗੱਡੀਆਂ ਵੰਡਦੀਆਂ ਆਪਣੇ ਵਿਧਾਇਕਾਂ ਨੂੰ। ਮਤਲਬ ਅਸੀਂ ਜਦੋਂ ਆਪਣੇ ਚਹੇਤਿਆਂ ਨੂੰ ਕੁਝ ਦਿੰਦੇ ਆ ਤੇ ਖਜ਼ਾਨਾ ਭਰਿਆ, ਜਦੋਂ ਬੇਰੁਜ਼ਗਾਰ ਆਪਣੀ ਆਵਾਜ਼ ਉਠਾਉਂਦੇ ਨੇ ਨੌਕਰੀ ਚਾਹੀਦੀ, ਉਸ ਟਾਈਮ ਖਜ਼ਾਨਾ ਖਾਲੀ ਹੈ। ਮਤਲਬ ਕਹਿੰਦਾ ਕਿ ਸਾਡਾ ਸਰਕਾਰਾਂ ਤੋਂ ਵਿਸ਼ਵਾਸ ਹੀ ਟੁੱਟ ਚੁੱਕਿਆ। ਇਹ ਤਾਂ ਕੋਈ ਚਮਤਕਾਰ ਸ਼ਾਇਦ ਹੋ ਜਾਏ ਸਾਡੇ ਵਾਸਤੇ, ਬੇਰੁਜ਼ਗਾਰਾਂ ਵਾਸਤੇ, ਕਿਉਂਕਿ ਜਿਹੜੇ ਕੋਈ ਸੈਂਟਰ ਨੇ ਗੰਦੇ ਰੂਲ ਬਣਾਤੇ, ਕੋਈ ਪੰਜਾਬ ਸਰਕਾਰ ਨੇ ਬਣਾਤੇ, ਇੱਕ ਦੂਜੇ ਨਾਲ ਜੇ ਇਹਨਾਂ ਦਾ ਸਮਝੌਤਾ ਨਹੀਂ ਹੁੰਦਾ, ਬੇਰੁਜ਼ਗਾਰੀ ਦਾ ਹੱਲ ਨਹੀਂ ਹੁੰਦਾ, ਤਾਂ ਉਨੀ ਦੇਰ ਤਾਂ ਜਿਹੜਾ ਇਹ ਵਿਸ਼ਵਾਸ ਜਿਹੜਾ ਉਹ ਡਾਵਾਂਡੋਲ ਗਿਆ ਸਾਡਾ। ਇਹ ਸੀ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ, ਜਿਨ੍ਹਾਂ ਨੇ ਸਰਕਾਰ ਤੇ ਬੇਰੁਖੀ ਕਰਨ ਦਾ, ਸਰਕਾਰ ਤੇ ਡਾਂਗਾਂ ਜਿਹੜੀਆਂ ਸਰਕਾਰਾਂ ਨੇ ਮਾਰੀਆਂ ਉਹਨਾਂ ਦੀ ਬੇਰੁਖੀ ਦਾ ਸ਼ਿਕਾਰ ਜਿਹੜਾ ਹੁੰਦੇ ਰਹੇ। ਸਾਰੀਆਂ ਸਰਕਾਰਾਂ ਤੇ ਹੀ ਇਹਨਾਂ ਦੇ ਇਲਜ਼ਾਮ ਲਗਾਏ ਆ, ਪਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਆ ਇਹਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ
ਕਿ ਜਿਨ੍ਹਾਂ ਨੇ ਅੱਗੇ ਬੱਚਿਆਂ ਦਾ ਭਵਿੱਖ ਬਣਾਉਣਾ, ਉਹ ਆਪਦਾ ਭਵਿੱਖ ਲਈ ਜਿਹੜਾ ਉਹ ਥਾਂ ਥਾਂ 'ਤੇ ਠੋਕਰਾਂ ਖਾ ਰਹੇ ਆ। ਤੁਹਾਨੂੰ ਅੱਜ ਦਾ ਇਹ ਸਾਡੀ ਚਰਚਾ ਕਿਸ ਤਰ੍ਹਾਂ ਦੀ ਲੱਗੀ, ਸਾਨੂੰ ਆਪਣੇ ਵਿਚਾਰ ਜ਼ਰੂਰ ਦੇਣੇ। ਅਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਜਲਦੀ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।